रंग लगा रंग लगा रंग लगात लाल दे रंग लगात लाल दे होली किनी संत से होली किनी संत से होली किनी संत से होली किनी संत से रंग लगा रंग लगा रंग लगा रंग लगा रंग लगा। त्योहार, कितना महत्व है इनका हमारे जीवन में। और यह महत्व केवल धार्मिक रीति रिवाजों तक सीमित नहीं है, बल्कि त्योहार अपने साथ संजोते हैं इतिहास, संस्कृति, कला, पराक्रम, बलिदान की कहानियां और उसका उत्सव। ऐसा ही एक त्योहार है हर्ष और उल्लास से भरा, संस्कृति और परंपरा को संभाले होला मोहल्ला, जिसे मुख्य तौर पर भारत के पंजाब राज्य में चंडीगढ़ से करीब 80 किलोमीटर दूर चरणगंगा के किनारे और शिवालिक की तलहटी में बसे ऐतिहासिक शहर आनंदपुर साहिब में मनाया जाता है। होला महल्ला श्री आनंदपुर साहिब विच मनाया जाता है। वैसे तो होर भी कई जगह ते मनाया जाता, पर जिहड़ा मेन है श्री आनंदपुर साहिब विखे ही मनाया जाता है। और दुनिया भर तो जिहड़ी संगत है वो उत्थे पहुँचती है, बाहरों फॉरन तो भी ते इंडिया तो भी होर भी कई कंट्रियां तो जिवें कनेडा, अमेरिका, पाकिस्तान, कई जगह तो संगत उत्थे पहुँचती है। पूरी दुनिया से भारी तादाद में, विशेषकर सिख समुदाय से लोग होला मोहल्ला के उपलक्ष्य में आनंदपुर साहिब पहुंचते हैं। दरअसल होला मोहल्ला की शुरुआत आनंदपुर साहिब से स्वयं गुरु गोबिंद सिंह जी द्वारा की गई थी। ਤੇ ਇਹ ਹੋਲਾ ਮਹੱਲਾ ਇਸ ਕਰਕੇ ਮਨਾਇਆ ਜਾਂਦਾ ਹੈ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਉਹ ਸ਼ਸਤਰ ਵਿਦਿਆ ਜਿਹੜੀ ਹੈ, ਜਿਹੜੇ ਸਾਡੇ ਹੱਥ 'ਚ ਜਿਹੜੇ ਸ਼ਸਤਰ ਹੈ, ਜਿੱਦਾਂ ਕਿਰਪਾਨ ਹੈ, ਛੋਟੀ ਹੁੰਦੀ ਹੈ, ਡਾਂਗ ਹੈ, ਬਰਛਾ, ਨੇਜਾ, ਜੋ ਵੀ ਸ਼ਸਤਰ ਹੁੰਦੇ ਆ, ਉਹਦੇ ਅਭਿਆਸ ਨੂੰ ਮੁੱਖ ਰੱਖ ਕੇ ਵੀ ਉਹ ਤੁਸੀਂ ਸ਼ਸਤਰ ਵਿਦਿਆ ਦੇ ਨਾਲ ਇਹਨੂੰ ਖੇਡੋ ਜੇ ਖੇਡਣਾ ਹੈ। होला मोहल्ला या फिर होला मार्च के महीने में होली के साथ ही मनाया जाता है, लेकिन होली की तरह रंगों से खेलने की बजाय यहाँ शस्त्र विद्या के अभ्यास की मान्यता है, जिसके शुरुआती स्वरूप में खालसा फौज को 2 भागों में बांटा जाता और एक गुट की तैनाती केशगढ़ किले में की जाती और दूसरे गुट को किला भेदने को कहा जाता। इस तरह युद्ध अभ्यास आरंभ हुआ करता और 5 दिन तक होला मोहल्ला मनाया जाता, जिसका संचालन खुद गुरु गोबिंद सिंह जी द्वारा किया जाता। ਤੇ ਇਸ ਕਰਕੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਉਸ ਦਿਨ ਮਹੱਲੇ ਵਾਲੇ ਦਿਨ 2 ਜੁੱਟ ਬਣਾ ਦਿੱਤੇ ਸੀ ਸਿੰਘਾਂ ਦੇ, ਮਤਲਬ ਕਿ 2 ਫੌਜਾਂ ਬਣਾਤੀਆਂ, ਇੱਕ ਕਿਲੇ ਦੇ ਅੰਦਰ ਹੈ, ਇੱਕ ਕਿਲੇ ਦੇ ਬਾਹਰ ਆਨੰਦਗੜ੍ਹ ਦੇ। ਉਹ ਲੜਾਈ ਲੜਦੀਆਂ ਆਪਸ ਦੇ ਵਿੱਚ, ਤੇ ਜਿਹੜੀਆਂ ਬਾਹਰ ਵਾਲੀਆਂ ਫੌਜਾਂ ਉਹਨਾਂ ਨੇ ਕਿਲੇ ਦੇ ਵਿੱਚ ਵੜਨਾ, ਅੰਦਰ ਵਾਲੀਆਂ ਨੇ ਵੜਨ ਨਹੀਂ ਦੇਣਾ। ਜਦੋਂ ਉਹਨਾਂ ਨੇ ਕਿਲਾ ਬਣਾ ਲਿਆ, ਕਿਲੇ ਦੇ ਵਿੱਚ ਸਿੰਘ ਸੀਗੇ, ਬਾਹਰ ਫੌਜ ਨੂੰ ਕਹਿਤਾ ਤੁਸੀਂ ਅਟੈਕ ਕਰੋ, ਕਰੋ ਫਤਿਹ ਕਿਲਾ, ਠੀਕ ਹੈ ਨਾ, ਤੁਸੀਂ ਫਤਿਹ ਕਰਨਾ ਕਿਲਾ। ਉਹਨਾਂ ਨੂੰ ਕਹਿ ਦਿੱਤਾ ਕਿ ਤੁਸੀਂ ਫਤਿਹ ਨਹੀਂ ਹੋਣ ਦੇਣਾ। ਇਹੀ ਚੀਜ਼ਾਂ ਸੀਗਾ, ਇਹੀ ਚੀਜ਼ ਸਿਖਾਈ ਜਾਂਦੀ ਸੀ ਕਿ ਤੁਸੀਂ ਅਗਰ ਅੰਦਰ ਫਸੇ ਹੋ ਤੇ ਤੁਹਾਡੇ ਤੇ ਅਟੈਕ ਹੋ ਰਿਹਾ, ਤੁਸੀਂ ਬਚਣਾ ਕਿੱਦਾਂ ਹੈ, ਤੁਸੀਂ ਉਹਨਾਂ ਨੂੰ ਰੋਕਣਾ ਕਿੱਦਾਂ ਹੈ। ਜੋ ਸ਼ਸਤਰ ਵਿਦਿਆ ਦਾ ਅਭਿਆਸ ਚੱਲਦਾ ਹੈ, ਉਹ ਸ਼ਸਤਰ ਵਿਦਿਆ ਦੇ ਜ਼ੋਰ ਦੇ ਨਾਲ ਉਹ ਜੰਗ ਯੁੱਧ ਇੱਕ ਦਿਖਾਇਆ ਸੀ, ਕੀਤਾ ਸੀ, ਖੇਡਿਆ ਸੀ। ਮਹੱਲਾ ਗਿਆ ਹੱਲਾ ਮਹੱਲਾ, ਠੀਕ ਹੈ ਜੀ। ਉਹ ਅੱਜ ਵੀ ਉਹ ਪ੍ਰਚਲਿਤ ਹੈ। ਜਿੱਦਾਂ ਜਿੱਦਾਂ ਗੁਰੂ ਸਾਹਿਬ ਨੇ ਮਹੱਲਾ ਖੇਡਿਆ ਸੀ, ਉਹ ਗਲੀਆਂ ਦੇ ਵਿੱਚੋਂ ਲੰਘਦੇ ਹੋਏ ਅੱਜ ਸ਼ਸਤਰ ਵਿਦਿਆ ਦੇ ਜੋਹਰ ਦਿਖਾਉਂਦੇ ਆ। ਉਹ ਚਰਨ ਗੰਗਾ ਦੇ ਵਿੱਚ ਜਾ ਕੇ ਫਿਰ ਅਸੀਂ ਆਪਾਂ ਉੱਥੇ ਵੀ ਸ਼ਸਤਰ ਵਿਦਿਆ ਦੇ ਅਭਿਆਸ ਕਰਦੇ ਹਾਂ। ਘੋੜ ਸਵਾਰੀ, ਨੇਜਾ, ਆਪਣਾ ਨਿਸ਼ਾਨਾ ਲਾਣਾ, ਉਹ ਸਾਰੀ ਖੇਡ ਉਸੇ ਤਰ੍ਹਾਂ ਚੱਲਦੀ ਹੈ ਹੋਲੇ ਮਹੱਲੇ ਦੀ, ਇਹ ਸ਼ਸਤਰਾਂ ਦੇ ਨਾਲ।
ਅਸੀਂ ਹਰ ਵਾਰ ਜਾ ਕੇ ਖਾੜਾ ਤਖਤ ਤੇ ਲਾਉਂਦੇ ਹਾਂ। ਖਾੜੇ ਹੋਰ ਵੀ ਲੱਗਦੇ ਨੇ ਉੱਥੇ, ਦੁਨੀਆ ਭਰ ਤੋਂ ਲੋਕ ਆਉਂਦੇ ਨੇ, ਗੱਤਕੇ ਦੇ ਖਾੜੇ ਆਉਂਦੇ ਨੇ, ਉਹ ਲਾਉਂਦੇ ਨੇ, ਹੋਰ ਵੀ ਲਾਉਂਦੇ ਨੇ। ਉੱਥੇ ਕੰਪੀਟੀਸ਼ਨ ਵੀ ਹੁੰਦੇ ਆ ਗੱਤਕੇ ਦੇ, ਫਾਈਟ ਵਗੈਰਾ ਵੀ ਹੁੰਦੀਆਂ ਨੇ, ਬੜਾ ਕੁਝ ਹੁੰਦਾ। ਅਸੀਂ ਵੀ ਖੇਡਦੇ ਰਹੇ ਹਾਂ ਤੇ ਅਸੀਂ ਉੱਥੇ ਤਾਂ ਖੇਡਣਾ ਹੀ ਖੇਡਣਾ ਹੈ। ਜਿਹੜੇ ਫਾਈਟ ਵਗੈਰਾ ਕਰਦੇ ਹਾਂ, ਅਸੀਂ ਗੱਤਕਾ ਖੇਡਦੇ ਹਾਂ, ਉੱਥੇ ਤਾਂ ਖੇਡਣਾ ਹੀ ਖੇਡਣਾ ਹੈ। ਪਰ ਅਸੀਂ ਤਖਤ ਤੇ ਜਾ ਕੇ ਖੜਾ ਜ਼ਰੂਰ ਲਾਣਾ, ਗੁਰੂ ਸਾਹਿਬ ਦੇ ਹਾਜ਼ਰੀ ਲਾਣੀ ਹੈ ਕਿ ਅਸੀਂ ਆ ਗਏ ਹਾਂ, ਅਸੀਂ ਤੇਰੇ ਸਿੱਖਾਂ, ਸਾਡਾ ਗੁਰੂ ਸਾਹਿਬ ਨੇ ਸਿੰਘਾਂ ਨੂੰ ਇਹ ਮਹੱਲਾ ਕੱਢਿਆ ਸੀ। ਹੋਲਾ ਮਹੱਲਾ ਦਾ ਜਿਹੜਾ ਪ੍ਰਸੰਗ ਹੈ ਇਹ ਆਨੰਦਪੁਰ ਸਾਹਿਬ ਤੋਂ ਹੀ ਸ਼ੁਰੂ ਹੋਇਆ ਤੇ ਆਨੰਦਪੁਰ ਸਾਹਿਬ ਹੀ ਮੇਨ ਜਿਹੜਾ ਹੈ ਉਹ ਆਨੰਦਪੁਰ ਸਾਹਿਬ ਹੀ ਮਨਾਇਆ ਜਾਂਦਾ ਹੈ। ਸੋ ਦੁਨੀਆ ਭਰ ਦੀ ਸੰਗਤ ਜਿਹੜੀ ਹੈ ਉਹ ਆਨੰਦਪੁਰ ਸਾਹਿਬ ਇਕੱਠੀ ਹੁੰਦੀ ਹੈ। ਅਸੀਂ ਦੇਖਿਆ ਲੱਖਾਂ ਦੇ ਵਿੱਚ, ਕਈ ਲੱਖਾਂ ਦੇ ਵਿੱਚ 5 5 10 10 20 ਲੱਖ ਉੱਥੇ लोग पहुंचे होंगे हैं। होला मोहल्ला और सिख समुदाय की आनंदपुर के साथ जुड़ी मान्यताओं को सही मायनों में समझने के लिए हमें इतिहास में होला मोहल्ला से भी पीछे जाना पड़ेगा। शुरुआत होती है जब गुरु तेग बहादुर जी ने सन 1665 में बिलासपुर की रानी चंपा से 500 रुपए में मखोवा के प्राचीन गांव के पास जमीन का यह हिस्सा खरीदा और एक गांव बसाया जिसका नाम उन्होंने अपनी माता के नाम पर रखा, चक नानकी। सन 1675 में गुरु तेग बहादुर जी के बाद 10वें गुरु बने उनके पुत्र गोविंद राय ने यहीं पर एक नगर की स्थापना की और एक नया नाम दिया आनंदपुर। उन्होंने अपने जीवन के 25 साल यहाँ बिताए और उनके जीवन काल में नगर ने खूब समृद्धि पाई। वर्तमान में यह नगर आनंदपुर साहिब के नाम से जाना जाता है। देखो आनंदपुर का जो इतिहास है, आनंदपुर साहब गुरु तेग बहादुर जी ने बसा दिया, ठीक है, गुरु गोबिंद सिंह जी भी तो ये आनंदपुर साहब चारे साहिबजादे उत्थे हुए है। पुरातन इतिहास चलता आ रहा है आनंदपुर साहब का बसाया गया जो, तो गुरु साहब ने अमृत भी आनंदपुर साहब भी छकाया। ये सिर्फ एक महल्ले का इतिहास नहीं है, साडा एक जन्म स्थान कह लीए, साडा सिंह का जन्म स्थान श्री आनंदपुर साहब ही है। सो आनू अमृत छका के उत्तों ही तैयार किया गया, उत्तों ही ये फौज सजाई गई है, उत्तों ही खालसा फौज बनी है। 30 मार्च 1699 वैसाखी, केशगढ़ किले पर संगत एकत्रित हुई और सुबह की प्रार्थना और कीर्तन के बाद गुरु साहब सारी संगत के सामने अपनी जगह से खड़े हुए, अपनी तलवार निकालकर हवा में लहराई और कहा, संगत में बैठा हर व्यक्ति मुझे बहुत प्यारा है, लेकिन क्या संगत में कोई सच्चा सिख है जो मुझे अपना शीश दे अभी और इसी वक्त? ऐसी विपदा आन पड़ी है जो एक शीश मांगती है। यह कल्पना किसी ने नहीं की थी। सारी संगत हैरान रह गई। भीड़ से एक व्यक्ति निकल कर आया और गुरु साहब के सामने अपना शीश पेश किया। यह व्यक्ति थे दयाराम जी, जो लाहौर से आए थे। गुरु साहब उन्हें अपने शिविर में लेकर गए और फिर जब बाहर आए तो हाथ में तलवार और तलवार से टपकता लहू। सब देख ही रहे थे कि गुरु साहब ने संगत के आगे एक और शीश की मांग रखी। संगत में खुसफुसाहट शुरू हो गई। फिर एक व्यक्ति आगे आए, धर्मदास जी, जो हस्तिनापुर से आए थे और जाट समुदाय से ताल्लुक रखते थे। गुरु साहब उन्हें भी अपने शिविर में लेकर गए और खून से सनी अपनी तलवार के साथ बाहर आए। गुरु साहब ने एक और शीश की मांग रखी और इस बार आगे आए मुखम चंद जी, जो द्वारका से आए थे। उसके बाद आगे आए हिम्मत, जो जगन्नाथ से आए थे। गुरु साहब ने यही प्रक्रिया 5वीं बार दोहराई तो आगे आए साहिब चंद, जो बिदर से आए थे। 10वें पातशाह कौम दा कर्ज सिर तो समय समय खुद आप ही उतार दे रहे। जिथे पिता दी लोड़ पई पिता दिता, लोड़ पुत्तां दी पई पुत्त वार दे रहे। अपने ਸਿੰਘਾਂ ਨੂੰ आखदे सुनो ਸਿੰਘੋ, ओए अपने फर्ज नूं ऐसा निभाईदा ए। धर्म रखणी दी जदों जन चढ़ पे,
ਉਦੋਂ ਪੁੱਤਾਂ ਦਾ ਨਿਉਤਰਾ ਪਾਈਦਾ ਏ। पांचवें शीश की अपनी मांग पूरी होने के बाद जब गुरु साहब अपने शिविर से बाहर आए तो पांचों के साथ हाथों में हाथ पकड़े, सिर पर सभी के सजा था सुंदर दुमाला। यही 5 पंज प्यारे कहलाए। गुरु घर जाना बाणा सिक्खी वाला पाना है, करो आनंदपुर साहब नु तैयारियां। सिक्खी है स्वरूप खालसा, सिर दे के सिखा लईयां सरदारियां। सिक्खी है स्वरूप खालसा। अपनी कृपान से पांचों को अमृत चखाया और फिर खुद उनके हाथ से अमृत चख कर गोविंद राय से गुरु गोबिंद सिंह जी कहलाए। ਗੋਬਿੰਦ ਰਾਏ ਸੀ ਉਹਨਾਂ ਦਾ ਨਾਮ ਪਹਿਲੇ। ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣੇ ਸੀ ਜਦੋਂ ਉਹਨਾਂ ਨੇ ਅੰਮ੍ਰਿਤ ਛਕਿਆ। ਅੰਮ੍ਰਿਤ ਛਕ ਕੇ ਸਿੰਘ ਸੱਜੇ ਸੀ। ਇੱਕ ਚੀਜ਼ ਹੋਰ ਹੈ ਕਿ ਤੁਸੀਂ ਇਹ ਦੇਖੋ, ਗੁਰੂ ਸਾਹਿਬ ਨੇ 5 ਸਿੰਘ ਸਾਜੇ ਸੀ, ਅੰਮ੍ਰਿਤ ਛਕਾਇਆ ਅਨੰਦਪੁਰ ਸਾਹਿਬ ਵਿਖੇ, ਔਰ ਉਹਨਾਂ ਕੋਲੋਂ ਆਪ ਅੰਮ੍ਰਿਤ ਛਕਿਆ। ਗੁਰੂ ਸਾਹਿਬ ਨੇ ਪਹਿਲੇ ਅੰਮ੍ਰਿਤ ਨਹੀਂ ਛਕਿਆ ਸੀ, ਉਹਨਾਂ 5 ਕੋਲੋਂ ਹੱਥ ਅੱਡ ਕੇ ਆਪ ਅੰਮ੍ਰਿਤ ਛਕਿਆ। ਮੈਨੂੰ ਵੀ ਅੰਮ੍ਰਿਤ ਦੀ ਦਾਤ ਦੇ ਦਿਓ। ਆਪੇ ਗੁਰੂ ਚੇਲਾ ਬਣਿਆ, ਆਪੇ ਗੁਰੂ ਹੈ ਤੇ ਆਪ ਚੇਲਾ ਵੀ ਬਣਿਆ। इसी तरह पंच प्यारों को भी नए नाम दिए गए। भाई दया सिंह, भाई धर्म सिंह, भाई हिम्मत सिंह, भाई मुखम सिंह और भाई साहिब सिंह। साथ ही हर एक को दिए सशस्त्र 100 सिख, जिसके साथ स्थापना हुई खालसा पंथ की, खालसा फौज की। ਫੌਜਾਂ ਤਾਂ ਪਹਿਲਾਂ ਹੀ ਸੀਗੀਆਂ, ਇਹ ਨਹੀਂ ਕਿ ਫੌਜ ਨਹੀਂ ਸੀ। ਇੱਕ ਰੂਪ ਦਿੱਤਾ ਸੀ, ਜਿਹੜੇ ਰੂਪ ਦੇ ਵਿੱਚ ਤੁਸੀਂ ਸਾਨੂੰ ਦੇਖ ਰਹੇ ਹੋ ਨਾ, ਇਹ ਜਿਹੜਾ ਰੂਪ ਹੈ ਨਾ, ਬਾਣਾ ਦਿੱਤਾ, ਕਿਰਪਾਨ ਦਿੱਤੀ ਸਾਨੂੰ ਹੱਥ ਵਿੱਚ, ਇਹ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਸਾਖੀ ਵਾਲੇ ਦਿਨ ਅੰਮ੍ਰਿਤ ਛਕਾ ਕੇ ਤਿਆਰ ਖਾਲਸਾ ਕੀਤਾ, ਖਾਲਸਾ ਪ੍ਰਗਟ ਕੀਤਾ ਸੀ ਗੁਰੂ ਸਾਹਿਬ। ਠੀਕ ਹੈ ਨਾ, ਅਸੀਂ ਕਹਿ ਜਾਂਦੇ ਹਾਂ ਖਾਲਸਾ ਸਜਾਇਆ ਸੀ, ਸਜਾਇਆ ਨਹੀਂ, ਖਾਲਸਾ ਪ੍ਰਗਟ ਹੋਇਆ ਸੀ। ਕਿਉਂਕਿ ਜਿਹੜੀ ਪ੍ਰਗਟ ਹੁੰਦੀ ਹੈ ਨਾ ਚੀਜ਼, ਉਹ ਕਦੇ ਖਤਮ ਨਹੀਂ ਹੁੰਦੀ। ਪ੍ਰਗਟ ਜਿਹੜੀ ਹੈ ਉਹ ਆਪਣੇ ਆਪ ਦੇ ਵਿੱਚ ਹੁੰਦੀ ਹੈ। ਉਹ ਅਕਾਲ ਪੁਰਖ ਦੀ ਫੌਜ ਹੈ, ਇਹ ਉੱਥੇ ਪ੍ਰਗਟ ਕੀਤੀ ਸੀ ਸ੍ਰੀ ਅਨੰਦਪੁਰ ਸਾਹਿਬ ਵਿੱਚ। ਇਹ ਰੂਪ ਦਿੱਤਾ ਸੀ ਸਾਨੂੰ ਜਿਹੜਾ ਤੁਸੀਂ ਦੇਖ ਰਹੇ ਹੋ। ਇਹ ਇਤਿਹਾਸ ਹੈ ਅਨੰਦਪੁਰ ਸਾਹਿਬ ਦਾ। गुरु गोबिंद सिंह जी ने पंच प्यारों को 5 निशानियां दी: केश, कंघा, कड़ा, कच्छ और कृपाण। साथ ही जिम्मेदारी दी खालसा का संदेश फैलाने की, कि अन्याय के खिलाफ लड़ना और किसी के साथ जाति, धर्म, समुदाय आदि के आधार पर कोई भेदभाव न करना। हर व्यक्ति एक समान है और ईश्वर एक है। इसलिए कहा गया है कि सिख संत भी है और सिपाही भी। ਇਹ ਜਿਹੜਾ ਮਹੱਲਾ ਕੱਢਿਆ ਗਿਆ, ਇਹ ਜ਼ੁਲਮ ਦੇ ਖਿਲਾਫ ਜਿਹੜੀ ਇਹ ਸਾਡੇ ਕੋਲ ਸ਼ਸਤਰ ਹੈਗੇ, ਇਹਦੇ ਨਾਲ ਅਸੀਂ ਲੜਨਾ ਹੈ। ਇਸ ਪਰਪਸ ਵਾਸਤੇ ਗੁਰੂ ਸਾਹਿਬ ਨੇ ਸਾਨੂੰ ਸ਼ਸਤਰ ਵਿੱਦਿਆ ਦਿੱਤੀ। ਸ਼ਸਤਰ ਵਿੱਦਿਆ ਤਾਂ ਗੁਰੂ ਨਾਨਕ ਦੇਵ ਦੇ ਟਾਈਮ ਤੋਂ ਹੀ ਸ਼ੁਰੂ ਹੋ ਗਈ ਸੀ। ਬਾਬਾ ਬੁੱਢਾ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਨੇ ਨੂੰ ਸਿਖਾਈ। ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਨੇ ਵੀ ਬੜੀਆਂ ਜੰਗਾਂ ਲੜੀਆਂ, ਤੇ ਇਹ ਜਿਹੜੀ ਸ਼ਸਤਰ ਵਿੱਦਿਆ ਚੱਲਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਜਿਨ੍ਹਾਂ ਨੇ ਬਾਣੇ ਵਿੱਚ ਇਹ ਫੌਜ ਸਾਜੀ ਹੈ, ਅੰਮ੍ਰਿਤ ਛਕਾ ਕੇ ਸਾਨੂੰ ਖਾਲਸਾ ਰੂਪ ਦਿੱਤਾ ਹੈ। ਖਾਲਸਾ ਪ੍ਰਗਟ ਹੋਇਆ ਉਦੋਂ ਵਿਸਾਖੀ ਨੂੰ। ਸੋ ਇਸੇ ਤਰ੍ਹਾਂ ਇਹ ਖਾਲਸਾ ਜੁਰਮ ਦੇ ਖਿਲਾਫ ਲੜਨ ਵਾਸਤੇ ਇਹ ਸ਼ਸਤਰ ਵਿੱਦਿਆ ਦਾ ਅਭਿਆਸ ਕਰਦਾ ਹੈ। ਪਰ ਆ ਜਿਹੜੀ ਕਿਰਪਾਨ ਹੈ ਨਾ, ਆ ਸਾਨੂੰ ਗੁਰੂ ਸਾਹਿਬ ਨੇ ਇਸ ਕਰਕੇ ਬਖਸ਼ੀ ਹੈ। ਸਾਡੀ ਅਣਖ ਜਦੋਂ ਇਹ ਸਾਡੇ ਹੱਥ 'ਚ ਹੁੰਦੀ ਹੈ ਨਾ, ਅਸੀਂ ਆਪਣੇ ਆਪ ਨੂੰ ਇੱਕ ਰਾਜਾ ਦੀ ਤਰ੍ਹਾਂ ਮਹਿਸੂਸ ਕਰਦੇ ਹਾਂ। ਆ ਜਿਹੜਾ ਬਾਣਾ ਪਾਇਆ ਨਾ, ਇਹ ਬਾਣਾ ਐਵੇਂ ਨਹੀਂ ਮਿਲਿਆ, ਇਹ ਇੱਕ ਰਾਜੇ ਮਹਾਰਾਜਿਆਂ ਦਾ ਬਾਣਾ ਹੁੰਦਾ ਸੀ। ਇਹ ਸਾਡੇ ਹੱਥ ਵਿੱਚ ਸਾਨੂੰ ਦਿੱਤੀ ਗੁਰੂ ਸਾਹਿਬ ਨੇ। ਜਦੋਂ ਸਾਨੂੰ ਅੰਮ੍ਰਿਤ ਛਕਾਇਆ ਨਾ, ਸਾਨੂੰ ਬਖਸ਼ੀ। ਇਹ ਜਿਹੜਾ ਸਿੰਘ ਅੰਮ੍ਰਿਤਧਾਰੀ ਹੋਏਗਾ, ਉਹਦੇ ਕੋਲ ਕਿਰਪਾਨ ਹੋਏਗੀ, ਚਾਹੇ ਛੋਟੀ ਹੋਵੇਗੀ, ਪਰ ਸਾਨੂੰ ਇੱਕ ਅਣਖ ਸਾਨੂੰ ਜਾਗਦੀ, ਸਾਡੇ ਕੋਲ ਸ਼ਸਤਰ ਹੈ। ਇਹ ਸ਼ਸਤਰ ਵਿਦਿਆ ਇਸ ਕਰਕੇ ਖੇਡੀ ਜਾਂਦੀ ਹੈ ਵੀ ਪੁਰਾਤਨ ਹਰ ਬੱਚੇ ਨੂੰ ਪਤਾ ਲੱਗੇ ਭਾਈ ਆਪਾਂ ਇਸ ਸਿੱਖਾਂ ਨਾਲ ਕੀ ਹੋਇਆ ਸੀ ਤੇ ਕਿੱਦਾਂ ਖੇਡੇ ਸੀ। ਉਹਨਾਂ ਕਈ ਬੱਚੇ ਤੇ ਖੁੰਦੇ ਆ, ਦੇਖੋ ਬੱਚੇ ਲੜਾਈ ਦੇ, ਉਹ ਲੜਾਈ ਕਹਿੰਦੇ ਨੇ, ਆਪਾਂ ਸ਼ਸਤਰ ਵਿਦਿਆ ਕਹਿੰਦੇ। ਫਰਕ ਇੰਨਾ ਹੀ ਹੈ। ਜ਼ੁਲਮ ਦਾ ਜਿਹੜਾ ਹੈ ਨਾ, ਉਹਦਾ ਟੱਕਰਾ ਕਰਨਾ, ਜ਼ੁਲਮ ਬਰਦਾਸ਼ਤ ਨਹੀਂ ਕਰਨਾ। ਸਿੰਘ ਨੇ ਜ਼ੁਲਮ ਨੂੰ ਬਰਦਾਸ਼ਤ ਨਹੀਂ ਕਰਨਾ, ਅਨਿਆਏ ਦੇ ਹਮੇਸ਼ਾ ਖਿਲਾਫ ਖੜਾ ਹੋਇਆ ਸੀ। ਜੇ ਆਪਾਂ ਸ਼ਸਤਰ ਵਿਦਿਆ ਨਹੀਂ ਖੇਡਾਂਗੇ ਅੱਜ,
ਸਾਡਾ ਇਤਿਹਾਸ ਥੱਲੇ ਚਲੇ ਜਾਏਗਾ, ਬੱਚਿਆਂ ਨੂੰ ਨਹੀਂ ਪਤਾ ਲੱਗੇਗਾ। ਤੇ ਹਰ ਜਗ੍ਹਾ ਤੁਹਾਨੂੰ ਖਾੜੇ ਮਿਲਣਗੇ। ਖਾਸ ਕਰਕੇ ਜਿਹੜਾ ਅਨੰਦਪੁਰ ਸਾਹਿਬ ਦਾ ਮਹੱਤਵ ਹੈ, ਇਹ ਸ਼ਸਤਰ ਵਿਦਿਆ ਖੇਡਦੇ ਹੀ ਇਨਾਮ ਦਿੰਦੇ ਸੀ ਮਹਾਰਾਜ ਸੱਚੇ ਪਾਤਸ਼ਾਹ। ਜਿਹੜਾ ਸ਼ਸਤਰ ਹੈ ਸਾਡੇ ਮਰਦੇ ਦਮ ਤੱਕ ਸਾਡੇ ਨਾਲ ਰਹੇਗਾ। ਜਦੋਂ ਅਸੀਂ ਮਰਨਾ ਵੀ ਹੈ ਨਾ, ਤਾਂ ਵੀ ਸਾਡੇ ਨਾਲ ਸੰਸਕਾਰ ਜਿਹੜੇ ਕਹਿੰਦੇ ਨਾ ਹੁੰਦਾ ਹੈ, ਉਦੋਂ ਸਾਡੇ ਨਾਲ ਇਹ ਜਾਏਗੀ ਕਿਰਪਾਨ। ਉਹ ਅਗਨ ਦੇ ਵਿੱਚ ਕਿਰਪਾਨ ਵੀ ਸਾਡੀ ਨਾਲ ਹੀ ਸਾਡੇ ਭੇਟ ਹੁੰਦੀ ਆ। लेखा छोट आलेख हाल ही में भारत सरकार द्वारा होला मोहल्ला को राष्ट्रीय पर्व का दर्जा दिया गया है। ਸੋ ਇਸ ਕਰਕੇ ਇਹ ਜਿਹੜਾ ਮਹੱਲਾ ਹੈ, ਇਹ ਯਾਦ ਹੈ ਇੱਕ ਵੀ ਗੁਰੂ ਸਾਹਿਬ ਨੇ ਸਾਨੂੰ ਸ਼ਸਤਰ ਵਿਦਿਆ, ਸਾਨੂੰ ਯੁੱਧ ਕਲਾ ਜਿੱਤਣ ਦੀ ਇੱਕ ਅਭਿਆਸ ਸੀਗਾ ਉੱਥੇ, ਉਹਨੂੰ ਮਹੱਲੇ ਦੇ ਰੂਪ ਦੇ ਵਿੱਚ ਕੱਢਿਆ ਗਿਆ। ਹੱਲਾ ਬੋਲ ਕੇ ਕਿਲੇ ਦੇ ਵਿੱਚ ਵੜਨਾ, ਕਿੱਦਾਂ ਉਹਨੂੰ ਰੋਕਣਾ, ਉਹ ਸਾਰਾ ਉੱਥੇ ਸ਼ਸਤਰ ਵਿਦਿਆ ਦਾ ਅਭਿਆਸ ਕੀਤਾ ਜਾਂਦਾ। ਉਹ ਮਹੱਲੇ ਵਾਲੇ ਦਿਨ ਤੋਂ ਸ਼ੁਰੂ ਹੋ ਗਿਆ ਸੀ। ਕਰਦੇ ਤਾਂ ਸਾਰਾ ਸਾਲ ਹੀ ਅਸੀਂ, ਪਰ ਉਹ ਮਹੱਲਾ ਜਿਹੜਾ ਹੈ ਉਹ ਇੱਕ ਯਾਦਗਾਰ ਬਣ ਗਈ। ਇਹੋ ਜਿਹੇ ਸਿੰਘ ਆ ਜਿਹੜੇ 15 ਦਿਨ ਜਾ ਕੇ ਪਹਿਲਾ ਪੜਾਅ ਲਾ ਉੱਥੇ ਤੰਬੂ ਲਾ ਲੈਂਦੇ ਆ। ਤੰਬੂ ਵਿੱਚ ਹੀ ਰਹਿਣਾ ਉਹਨਾਂ ਨੇ, ਉੱਥੇ ਹੀ ਛਕਣਾ, ਖਾਣਾ ਪੀਣਾ ਸਾਰਾ ਕੁਝ ਉੱਥੇ ਰਹਿਣਾ। ਚਰਨ ਗੰਗਾ ਜਾਂਦੇ ਨੇ। ਚਰਨ ਗੰਗਾ ਦੇ ਵਿੱਚ ਕੀ ਆ, ਜੇ ਬਾਜੀ, ਘੋੜ ਸਵਾਰੀ, ਕਿੱਲੇ ਪੱਟਣੇ, ਉਹਨਾਂ ਨੂੰ ਬਾਅਦ 'ਚ ਇਨਾਮ ਦਿੱਤਾ ਜਾਂਦਾ। ਉਦੋਂ ਘੋੜਿਆਂ ਦੇ ਖੜੇ ਹੋਣਾ ਕੋਈ ਹਾਲਾਈ ਦਾ ਵਾੜਾ ਨਹੀਂ ਹੈ। ਫੁੱਲ ਸਪੀਡ ਤੇ ਭੱਜਦੇ ਨੇ ਘੋੜੇ, ਗਿਰ ਵੀ ਜਾਂਦੇ ਨੇ, ਸੱਟਾਂ ਵੀ ਲੱਗ ਜਾਂਦੀਆਂ ਨੇ, ਫਿਰ ਉਹਨਾਂ ਨੂੰ ਇਨਾਮ ਦਿੰਦੇ ਆ। ਇਨਾਮ ਦੇ ਕੇ ਫਿਰ ਅਨੰਦਪੁਰ ਸਾਹਿਬ ਆਉਂਦੇ ਆ, ਮੱਥਾ ਟੇਕ ਕੇ ਆਪਣੇ ਆਪਣੇ ਦਲਾਂ 'ਚ ਚੱਲ ਜਾਂਦੇ। ਦਲ ਪੰਥ ਤੁਸੀਂ ਉਹ ਦੇਖੋ ਘੋੜਿਆਂ ਨੂੰ ਸ਼ਿੰਗਾਰ ਕੇ ਲੈ ਕੇ ਆਉਂਦੇ। ਕਿਆ ਆਨੰਦ ਕਹਿੰਦੇ ਹੁੰਦਾ। ਘੋੜੇ ਕਿੱਦਾਂ ਸ਼ਿੰਗਾਰੇ ਹੁੰਦੇ ਆ, ਨਗਾਰੇ ਵੱਜਦੇ ਆ, ਘੋੜਿਆਂ ਦੇ ਉੱਪਰ ਨਿਸ਼ਾਨ ਹੁੰਦੇ ਆ, ਪੰਜੇ ਨਿਸ਼ਾਨ ਹੁੰਦੇ ਆ, ਉਹ ਅੱਗੇ ਚੱਲਦੇ ਆ ਤੇ ਉਹਨਾਂ ਦੇ ਜਥੇਦਾਰ ਘੋੜੇ ਦੇ ਹੁੰਦੇ ਨੇ। ਆਹ ਟਾਈਮ ਦੀ ਗੱਲ ਕਰ ਰਹੇ ਹਾਂ। ਉਹ ਟਾਈਮ ਦੇਖੋ ਜਦੋਂ ਗੁਰੂ ਸਾਹਿਬ ਖੁਦ ਸੰਗਤ ਦੇ ਨਾਲ ਚੱਲਦੇ ਸੀ, ਭੱਲਾ ਕੱਢਦੇ ਸੀ, ਸੰਗਤ ਦੇ ਨਾਲ ਚੱਲਦੇ ਸੀ। ਉਹ ਟਾਈਮ ਕਿਹੋ ਜਿਹਾ ਹੋਊਗਾ। ਬਸ ਉਹ ਟਾਈਮ ਅਸੀਂ ਯਾਦ ਕਰਕੇ ਮੁਹੱਲੇ ਦੇ ਜਾਣਾ ਔਰ ਮੁਹੱਲੇ ਦੇ ਖੇਡਣਾ, ਸ਼ਸਤਰ ਵਿਦਿਆ ਦੇ ਜੋਹਰ ਜੋ ਸ਼ਸਤਰ ਵਿਦਿਆ ਸੀ ਉੱਥੇ ਖੇਡ ਕੇ ਆਉਣੀ ਹੈ। ਉਹਦਾ ਆਨੰਦ ਲੱਗ ਹੀ ਹੈ, ਉਹਦਾ ਆਨੰਦ ਹੀ ਲੱਗ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ। विकास संत ਤੇ ਜਿੰਨਾ ਚਿਰ ਦੁਨੀਆ ਰਹੇਗੀ, ਹੋਲਾ ਮਹੱਲਾ ਰਹੇਗਾ ਤੇ ਸਿੰਘ ਹੋਲੇ ਮਹੱਲੇ ਤੇ ਸੱਜ ਧੱਜ ਕੇ ਜਾਂਦੇ ਰਹਿਣ। राख ले